ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮੱਲੀ ਵੱਲੋਂ ਕਸ਼ਮੀਰ ਨੂੰ ਲੈ ਕੇ ਕੀਤੀ ਗਈ ਇਸ ਟਿੱਪਣੀ ਨੂੰ ਲੈ ਕੇ ਵੀ ਸਵਾਲ ਕੀਤੇ ਨੇ। ਉੱਥੇ ਹੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਹਨਾਂ ਦੇ ਵਿਭਾਗ ਅੰਦਰ ਹੋਏ ਕਥਿਤ ਘੁਟਾਲੇ ਨੂੰ ਲੈ ਕੇ ਨਿਸ਼ਾਨੇ ਤੇ ਲਿਆ। ਮਜੀਠੀਆ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਇੱਕ ਪੈਲਸ ਦੇ ਵਿੱਚ ਕਾਂਗਰਸ ਤੇ ਲੋਕ ਇਨਸਾਫ ਪਾਰਟੀ ਦੇ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਮੌਕੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਅਫਗਾਨਿਸਤਾਨ 'ਚ ਤਾਲਿਬਾਨ ਵੱਲੋਂ ਲਗਾਤਾਰ ਕਬਜ਼ਾ ਕੀਤੇ ਜਾਣ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਮਜੀਠੀਆ ਨੇ ਚਿੰਤਾ ਪ੍ਰਗਟਾਈ ਤੇ ਉੱਥੇ ਹੀ ਕਿਹਾ ਕਿ ਘੱਟ ਗਿਣਤੀ ਪਰਿਵਾਰ ਮੁਸ਼ਕਲ ਹਾਲਾਤਾਂ ਦੇ ਵਿੱਚ ਨੇ, ਜਿਸ ਨੂੰ ਲੈ ਕੇ ਉਹਨਾਂ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਨੂੰ ਭਾਰਤ ਲਿਆ ਕੇ ਮੁੜ ਵਸਾਉਣ ਦੀ ਅਪੀਲ ਕੀਤੀ ਹੈ। ਕੈਬਨਿਟ ਮੰਤਰੀ ਆਸ਼ੂ ਨੇ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਕਿਵੇਂ ਇੱਕ ਇੰਸਪੈਕਟਰ ਨੂੰ 8 ਗੋਦਾਮਾਂ ਚਾਰਜ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਇਸੇ ਤਰ੍ਹਾਂ ਉਹਨਾਂ ਨੇ ਦੂਜੇ ਸੂਬਿਆਂ ਦੀ ਫਸਲ ਨੂੰ ਪੰਜਾਬ ਵਿੱਚ ਮਹਿੰਗੇ ਭਾਅ MSP ਦੇ ਜਾਣ ਤੇ ਵੀ ਸਵਾਲ ਖੜੇ ਕੀਤੇ ਨੇ ਤੇ ਦਾਅਵਾ ਕੀਤਾ ਕਿ ਆਸ਼ੂ ਵੱਲੋਂ 5000 ਕਰੋੜਾਂ ਰੁਪਏ ਤੱਕ ਦੇ ਘੁਟਾਲੇ ਕੀਤੇ ਗਏ ਨੇ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨੇ ਲਾਉਂਦਿਆਂ ਉਹਨਾਂ ਨੇ ਦਾਅਵਾ ਕੀਤਾ ਕਿ ਸਿੱਧੂ ਦੇ ਐਡਵਾਈਜ਼ਰ ਮਾਲਵਿੰਦਰ ਸਿੰਘ ਮੱਲੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਸ਼ਮੀਰ ਦੇ ਸਬੰਧ ਦੇ ਵਿੱਚ ਭਾਰਤ ਦੀ ਭੂਮਿਕਾ ਤੇ ਸਵਾਲ ਚੁੱਕੇ ਗਏ ਨੇ ਅਤੇ ਉਸ ਨੂੰ ਲੈ ਕੇ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ, ਜਿਸ ਲਈ ਸਿੱਧੂ ਨੂੰ ਜਵਾਬ ਦੇਣਾ ਚਾਹੀਦਾ ਹੈ। ਅੱਜ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪਰਿਵਾਰ ਸ਼ਾਮਲ ਹੋਏ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਔਰ ਜਿਹੜੀ ਉਹ ਦੋ ਭਰਾਵਾਂ ਦੀ ਪਾਰਟੀ ਹੈ ਉਹਨਾਂ ਨੂੰ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਆ। ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਵੱਲੋਂ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਔਰ ਮੈਂ ਸਮਝਦਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ, ਅੱਜ ਸਮਾਂ ਆ ਗਿਆ ਕਿ ਲੋਕ ਕਾਂਗਰਸ ਪਾਰਟੀ ਨੂੰ ਜਿਹੜੇ ਉਹਨਾਂ ਦੇ ਵਾਅਦੇ ਕੀਤੇ ਸਨ ਔਰ ਜਿਸ ਵਾਅਦੇ 'ਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੀ ਸ਼ਮੂਲੀਅਤ ਵੀ ਰੱਖੀ, ਸੋਨੀਆ ਗਾਂਧੀ ਨੇ ਵੀ ਉਸ ਮੈਨੀਫੈਸਟੋ ਨੂੰ ਔਰ ਰਾਹੁਲ ਗਾਂਧੀ ਨੇ ਵੀ ਉਸ ਮੈਨੀਫੈਸਟੋ ਨੂੰ ਐਲਾਨਿਆ ਔਰ ਮੁੜ ਕੇ ਉਸ ਮੈਨੀਫੈਸਟੋ ਦੇ ਬੇਸਿਸ ਤੇ ਜਿਹੜੇ ਮੌਜੂਦਾ ਪ੍ਰਧਾਨ ਨੇ, ਜਿਹੜੇ ਸੌਦੇ ਸਾਧ ਦਾ ਚੇਲਾ, ਰਾਧੇ ਮਾਂ ਦਾ ਚੇਲਾ, ਉਹਨੇ ਕਾਂਗਰਸ ਪਾਰਟੀ ਦਾ ਲੜ ਪੱਲਾ ਫੜਿਆ, ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਜਾ ਕੇ ਸਹੁੰਆਂ ਖਾਧੀਆਂ, ਲੋਕਾਂ ਤੋਂ ਫਾਰਮ ਭਰਾਏ। ਅੱਜ ਉਹ ਸਾਰੀ ਉਸ ਮੈਨੀਫੈਸਟੋ ਦੇ ਜਵਾਬਦੇਹੀ ਨੇ ਔਰ ਉਹਦੇ 'ਚ ਵੱਡੀਆਂ ਗੱਲਾਂ, ਸਭ ਤੋਂ ਪਹਿਲਾਂ ਤਾਂ ਕਿਸਾਨੀ ਪਰਿਵਾਰਾਂ ਨਾਲ ਧੋਖਾ, ਫਿਰ ਇਹ ਗੱਲ ਕਹਿ ਦੇਣੀ ਕਿ ਸਾਰਾ ਕਰਜ਼ਾ ਮਾਫ ਹੋਊਗਾ ਔਰ ਅੱਜ ਆਪਾਂ ਨੂੰ ਵੀ ਪਤਾ ਹੈ ਕਿ ਕਿਸਾਨੀ ਦਾ ਖੁਦਕੁਸ਼ੀ ਦਾ ਵੱਡਾ ਕਾਰਨ ਕਿਉਂਕਿ ਕਿਸਾਨੀ ਲਾਹੇਵੰਦ ਧੰਦਾ ਨਹੀਂ ਰਹੀ ਹੈ ਔਰ ਦੋ ਚੀਜ਼ਾਂ ਜਿਹੜੀ ਸੂਬੇ ਸਰਕਾਰ ਕੰਟਰੋਲ ਕਰ ਸਕਦਾ ਸੀ ਮਗਰ ਸੂਬਾ ਸਰਕਾਰ ਨੇ ਉਹਦੇ ਤੇ ਆਪ ਕੰਟਰੋਲ ਨਹੀਂ ਬਲਕਿ ਉਹਦੇ 'ਚੋਂ ਮੁਨਾਫਾ ਕਮਾਉਣਾ ਸ਼ੁਰੂ ਕੀਤਾ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 10,000 ਕਰੋੜ ਸਾਲਾਨਾ ਜਿਵੇਂ ਜਿਵੇਂ ਰੇਟ ਸੈਂਟਰ ਸਰਕਾਰ ਵਧਾਉਂਦੀ ਹੈ ਉਹਦੇ ਤੋਂ ਮੁਨਾਫਾ ਸੂਬੇ ਦੀ ਸਰਕਾਰ ਕਮਾਉਂਦੀ ਹੈ ਔਰ ਬੋਝ ਪੰਜਾਬ ਦੇ ਲੋਕਾਂ ਤੇ ਪੈਂਦਾ। ਨਾ ਤਾਂ ਉਹਨਾਂ ਦੇ ਕਰਜ਼ੇ ਮਾਫ ਕੀਤੇ ਪੂਰਨ, ਨਾ ਇਹ ਗੱਲ ਕੀਤੀ ਕਿ ਅਸੀਂ ਜਿਹਦਾ ਖੁਦਕੁਸ਼ੀ ਕਰ ਜਾਣਗੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਨੌਕਰੀ ਮਿਲਣੀ ਸੀ, ਨਾ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ, ਉਹਨਾਂ ਨੂੰ 10 ਲੱਖ ਮਦਦ ਦੇ ਤੌਰ ਤੇ ਨਹੀਂ ਦਿੱਤੀ ਮਗਰ ਨੌਕਰੀ ਦਿੱਤੀ ਤੇ ਘਰ ਘਰ ਨਹੀਂ ਦਿੱਤੀ, ਨੌਕਰੀ ਦਿੱਤੀ। ਬੇਰੋਜ਼ਗਾਰ ਨੌਜਵਾਨ, ਅਨਪੜ੍ਹ ਨੌਜਵਾਨ, ਬੇਅੰਤ ਸਿੰਘ ਦੇ ਪੋਤਰੇ ਨੂੰ ਜਿਹਦਾ ਇੱਕ ਭਰਾ ਡਿਪਟੀ, ਇੱਕ ਭਰਾ MP, ਦੂਜਾ ਭਰਾ MLA, ਤੀਜਾ ਭਰਾ ਐਜੂਕੇਸ਼ਨ ਕੁਆਲੀਫਿਕੇਸ਼ਨ ਉਹਦੀਆਂ ਧੱਜੀਆਂ ਉਡਾ ਕੇ ਉਹਨੂੰ DSP ਭਰਤੀ ਕਰਤਾ। ਜਿਹਨੇ 33 ਕਰੋੜ ਆਪਣੀ ਸੰਪत्ति ਐਲਾਨੀ ਹੋਵੇ ਉਹਦੇ ਮੁੰਡੇ ਨੂੰ ਇੰਸਪੈਕਟਰ ਲਾਤਾ। ਔਰ ਤੀਜੀ ਜਿਹੜੀ ਵੱਡੀ ਗੱਲ ਹੈ ਕਿ ਇੱਥੋਂ ਦੇ ਜਿਹੜੇ 6 ਵਾਰੀ ਵਿਧਾਇਕ ਬਣੇ ਜਿਨ੍ਹਾਂ ਦੀ ਪੈਨਸ਼ਨ ਮੈਨੂੰ ਲੱਗਦਾ 5-6-10 ਲੱਖ ਰੁਪਈਆ ਆਉਣੀ ਉਹਨਾਂ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ। ਮੈਂ
कांग्रेस जिन्हों मर्जी नौकरी देवे, मगर पहला जिहड़े लोड़वंद परिवार सी, होनहार परिवार सी, या जिन्हां ने ओलंपिक्स एडा वधिया प्रदर्शन किया या खेडां च किया, पहला उन्हां दी सार पुछनी बड़ी जरूरी सी। और दूजी गल, जिहड़े बिजली दे रेट जो साडे वेले एक तो 24 घंटे बत्ती आउंदी सी और रेट 5 साढ़े 5 रुपए के नेड़े तेड़े सी। अज जेड़े PPA नूं गलत ठहराउंदे आ, ये उदों ठोको ताली नाल ताली ठोकदी हुंदी सी जदों इहदी तां मौज लगी आ। उदों साडी सरकार वेले हुण इधरली च कदे ये छतरी ते कदे वो छतरी ते, इन्हें तो दोवें सरकारां वधिया हंढा लियां और एक नवा तरीका अपना लिया कि जदों 4.5 साल पूरे होंदे, जिहड़ी मैं कहा सी गल कप्तान साहब नूं भी, मैं कहा जेड़ा थोड़े गोडी हथ ला रहा इन्हें थोड़ी पग नूं पैना, इहदा पुराना इतिहास है और पापा बदलन च होशियार है। मैं कहा जिवें दवाई की एक्सपायरी डेट होंदी है, इहदी भी एक्सपायरी डेट है एक, और विधान सभा च मेरा भाषण है 17 का, और उही हाल होया। उदों बीबी भट्ठल दे हथ नहीं लाउंदा सी गोडियां नूं कि किते कप्तान नाराज ना हो जाए। उस दिन मैं वेख्या जिवें थुक सिੱਟੀ गया ते नाल ही बीबी दे लाते ते कप्तान नूं भुल गया। जिहड़े ਇਹ जी राजनीति करते हैं उन्हां नूं मैनूं सिद्धा इक्को सवाल है कि जिहड़े वायदे कीते सी घर घर नौकरी दे, सस्ती बिजली दे, तुसी जो होर वायदे कीते सी पेंशन दे, शगन स्कीम दे, मुलाजमां नूं भत्ते देण दे, ਉਹ वायदे पूरे करो। लोकां नूं ओही जिहड़े जिन्हां ते वड्डे वड्डे इल्जाम लगे आ, अज ਉਹ ਤੁਹਾਡੇ ਕੋਲ आ गए आ। तुसीं कोई ड्राई क्लीनिंग की दुकान नहीं खोली कि उधर चोर सी, अज तेरे कोल आ गया तो साध हो गया। ये सारी चीज़ां लोकां ने इहदा स्पष्ट सवाल पूछना है। चलो बाकी एडवाइजर तो उन्होंने लाए, मैनूं की है कोई किसी नूं एडवाइजर लावे या कोई प्रधान बने, मगर हादसा तो जरूर आउंदा कि जिहड़ा कहिंदा सी कांग्रेस मुन्नी नालों वध बदनाम है, शीला नालों वध नीलाम है, अज उस कांग्रेस का जिहड़ा प्रधान बनिया, जिहड़ा कहिंदा सीगा कि राहुल गांधी तो पप्पू है, अज पापा बन गया। उन्हें 4 एडवाइजर लाए। MP का किसी का एडवाइजर की बनता है, MP तो चुनिया लोगों का नुमाइंदा, मगर एक मुस्तफा साहब छड्ड गए और एक मैं गर्ग साहब की भी वीडियो वेखी, कहते मैं किसी का एडवाइजर नहीं, मैं तो सारे पंजाब नूं एडवाइज करूँगा। तीजे मल्ली साहब नूं लाया, मेरा माली नूं बलविंदर माली नूं, चलो जिन्हों मर्जी लाउण, मगर मेरा कांग्रेस पार्टी नूं राहुल गांधी नूं यह सवाल है क्योंकि थोड़े PPCC के प्रधान ने आ अपॉइंटमेंट लैटर है, आ उन्हां दी ट्वीट है, वो की कह रहे ट्वीट च कश्मीर कश्मीरी लोगों का देश है, कश्मीर कश्मीरी लोगों का देश है, तो की कश्मीरी भारत के नागरिक नहीं? कश्मीर कश्मीरी लोगों का देश है। 1947 विच इंडिया नूं छड्डण मौके तय होए असूलों ते UNO दे फैसलिਆਂ ते भारत नाल कश्मीर दे इलहाक दे फैसलिਆਂ दी उलंघना करके कश्मीर देश दे 2 टोटे करके उस उपर पाकिस्तान ते भारत ने कब्जा किया होया। मैं अज राहुल गांधी नूं पुछना चाहुंदा कि पंडित जवाहर लाल नेहरू ते शेख अब्दुल्ला दा फैसला सी, अज की तुसी दस दिओ कि भारत देश ने जम्मू कश्मीर ते की ये कब्जा किया होया कि नहीं किया होया? और ये दस दिओ, असी तो कहने जिहड़ा कश्मीर का हिस्सा पाकिस्तान च ओहदा भी हक साडे देश का है। अज थोड़ा प्रधान ये कह रहा कि नहीं कश्मीर देश का हिस्सा नहीं, ये आज़ाद मुल्क है और ये धक्के नाल मगर जबर नाल जुल्म नाल हिंदुस्तान ने अपने कब्जे हेठ लिया। कि इस गल नाल वो सहमत है? जे वो सहमत है तो फिर तो जिहड़ी जफ्फी जनरल बाजवे नूं पई आ समझ आउंदी है, ते जे नहीं सहमत तो फिर PPCC प्रधान जिहड़ा तुसीं लाया आ ठोको ताली सौदे सौद दा चेला राधे माँ दा चेला, ਉਹਦੇ खिलाफ कोई एक्शन करोगे कि नहीं करोगे? ये
ਜੋ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਬਾਰਡਰ ਇਲਾਕੇ 'ਚ ਭਾਈਚਾਰਕ ਸਾਂਝ ਨੂੰ ਜਿਸ ਤਰੀਕੇ ਦਾ ਜੋ ਮਾਹੌਲ ਬਣਾਇਆ ਜਾ ਰਿਹਾ, ਇਹ ਬਾਰਡਰ ਦੇ ਸੂਬੇ ਨੇ, ਇਹਨਾਂ ਤੇ ਬਹੁਤ ਪਿਆਰ ਨਾਲ ਬੜੇ ਧਿਆਨ ਨਾਲ ਰਹਿਣਾ ਪੈਣਾ, ਨਹੀਂ ਤਾਂ ਬਹੁਤ ਸ਼ਰਾਰਤਾਂ ਹੋਣਗੀਆਂ ਔਰ ਜਿਹਦਾ ਖਾਮਿਆਜਾ ਪੰਜਾਬ ਨੂੰ ਉਠਾਉਣਾ ਪੈ ਸਕਦਾ ਹੈ, ਦੇਸ਼ ਨੂੰ ਉਠਾਉਣਾ ਪੈ ਸਕਦਾ ਹੈ। ਆਪਣੀ ਸਰਕਾਰ ਦੇ ਉੱਤੇ ਸਵਾਲ ਕਰੇ ਜਾ ਰਹੇ ਨੇ, ਕੈਪਟਨ ਨੂੰ ਕਹਿ ਰਹੇ ਨੇ ਕਿ 4.5 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਹੈਗਾ। 2.5 ਸਾਲ ਤਾਂ ਉਹ ਆਪ ਮੰਤਰੀ ਸੀ, ਮਤਲਬ ਆਪਣੇ ਤੇ ਵੀ ਸਵਾਲ ਪੈਦਾ ਕਰ ਰਿਹਾ। ਔਰ ਬੜੇ ਹਾਸੇ ਦੀ ਗੱਲ ਹੋਈ, ਕਹਿੰਦਾ ਜੀ 3 ਰੁਪਏ ਬੱਤੀ ਕਰ ਦੇਣੀ ਆ। ਤੈਨੂੰ ਤਾਂ ਪਾਵਰ ਦਾ ਮਹਿਕਮਾ ਮਿਲਦਾ ਸੀ, ਕਿਉਂ ਨਹੀਂ ਕੀਤੀ? ਤੇ ਅੱਜ ਕੀ ਨੀਟੂ ਛਟਰਾਂ ਵਾਲੇ ਦੀ ਸਰਕਾਰ ਚੱਲਦੀ ਹੈ, ਤੇਰੀ ਸਰਕਾਰ ਹੈ, ਬਹੁਮਤ ਤੇਰੇ ਨਾਲ ਹੈ। ਤੂੰ ਫੋਟੋ ਵੀ ਵਿਖਾਈ ਕਿ ਸਾਰੇ ਐਮਐਲਏ ਤੇਰੇ ਨਾਲ। ਮਾਰੋ ਕੁੱਕੀ ਸਵੇਰੇ। ਜੇ ਤੁਸੀਂ ਲੋਕਾਂ ਦੇ ਦਰਦ ਨਾਲ ਸਹਿਮਤ ਹੋ, ਲੋਕਾਂ ਨਾਲ ਹਮਦਰਦੀ ਰੱਖਦੇ ਹੋ ਤੇ 3 ਰੁਪਏ ਬੱਤੀ ਕਰ ਦਿਓ। ਤੂੰ ਤਾਂ ਪਾਵਰ ਮਹਿਕਮਾ ਛੱਡ ਕੇ ਵੀ ਭੱਜਿਆ ਸੀ। ਇਸ ਲਈ ਇਹ ਜਿਹੜਾ ਲੋਕਾਂ ਨੂੰ ਭੰਬਲ ਪੂਸਾ ਪਾਉਣਾ, ਉਹ ਲੋਕੀ ਭੰਬਲ ਪੂਸੇ 'ਚ ਨਹੀਂ ਪੈਂਦੇ, ਉਹ ਸੱਚ ਦੇ ਗਾਹਕ ਨੇ, ਸੱਚ ਦਾ ਸਾਥ ਦੇਣਗੇ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਡਰੱਗ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਜਿਹੜੀ ਹੈ ਉਹ ਵਿਧਾਨ ਸਭਾ ਵਿੱਚ ਖੋਲੀ ਜਾਏਗੀ। ਦੇ ਦਿਆ ਜੀ, ਤੁਹਾਡਾ ਜਵਾਬ ਕੀ ਇੱਧਰ ਦੇ ਦੇ। ਸਾਹਿਬ ਪ੍ਰਸਿੱਧ ਨੇ ਦਿੱਲੀ ਜਾ ਕੇ ਮਿਲ ਕੇ ਇਹਦੇ ਗ੍ਰਹਿ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਸਿੱਖਿਆ ਦੀ ਮੰਗ ਕੀਤੀ ਹੈ ਕਿ ਦੇਸ਼ ਪਿਛਲੇ ਵਿੱਚ ਮਾੜੇ ਅਨਸਰਾਂ ਬਾਰੇ ਬਹੁਤ ਗੁਜ਼ਾਕੇ ਆ ਤੇ ਕੁਝ ਕੁੜੀਆਂ ਮੰਗੀਆਂ ਨੇ ਗਿਆ, ਕੁੜੀਆਂ ਮੰਗੀਆਂ ਪੁਲਿਸ ਦੀਆਂ ਫੌਜ ਦੀਆਂ ਮਤਲਬ ਅਫਸਰ ਦੀਆਂ ਮੰਗੀਆਂ ਤੁਸੀਂ ਕਿਸੇ ਬੰਦੇ ਹੋ ਕਿ ਇਹ ਮਤਲਬ ਇਹ ਮੋਦੀ ਇੰਟੈਲੀਜੈਂਸ ਏਜੰਡਾ ਹੈਗਾ ਕਿ ਜਾਂ ਉਹਦੇ ਬਾਰੇ ਕੀ ਕਹੋ। ਬਾਕੀ ਇੱਥੇ ਡਰ ਦੇਖੋ, ਹਾਲਾਤ ਜੋ ਪੰਜਾਬ ਦੇ ਲਾਅ ਐਂਡ ਆਰਡਰ ਤੇ ਬਣੇ ਆ, ਤੁਸੀਂ ਮੇਰੇ ਤੋਂ ਬਿਹਤਰ ਜਾਣਦੇ। KD ਹਸਪਤਾਲ ਸਾਡਾ ਇੱਕ ਬੜਾ ਮਸ਼ਹੂਰ ਹਸਪਤਾਲ ਹੈ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਤੀਜੀ ਚੌਥੀ ਮੰਜ਼ਿਲ 'ਚ ਜਾ ਕੇ, ਜਿੱਥੇ ਨਿੱਕੇ ਨਿੱਕੇ ਬੱਚਿਆਂ ਦਾ ਵੀ ਇਲਾਜ ਹੋ ਰਿਹਾ, ਬਜ਼ੁਰਗਾਂ ਦਾ ਵੀ ਹੋ ਰਿਹਾ। ਦਿਨ ਦਿਹਾੜੇ ਉੱਥੇ ਜਾ ਕੇ ਕਿਸੇ ਦਾ ਕਤਲ ਕਰ ਦੇਣਾ ਔਰ ਲੋਕ ਉੱਥੋਂ ਫਰਾਰ ਹੋ ਜਾਣਾ, ਔਰ ਫਿਰ ਬਟਾਲੇ 'ਚ ਉਸ ਵਾਰਦਾਤ ਨੂੰ ਇੱਕ ਹੋਰ ਨੂੰ ਇਲਜ਼ਾਮ ਦੇਣਾ, ਦਿਨ ਦਿਹਾੜੇ ਇੱਕ ਉੱਥੇ ਬੰਦਾ ਮਾਰ ਦੇਣਾ। ਫਿਰ ਜੋ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ, ਔਰ ਕਰਾ ਕੌਣ ਰਿਹਾ? ਜਿਹੜਾ ਜੇਲ੍ਹ 'ਚ ਬੈਠਾ ਇੱਕ ਨਾਮੀ ਗੈਂਗਸਟਰ ਹੈ, ਜਿਹੜਾ ਜਿਹਦੀ ਮਾਂ ਕਾਂਗਰਸ ਪਾਰਟੀ ਦੀ ਸਰਪੰਚ ਹੈ, ਜੇਲ੍ਹ ਮਿਨਿਸਟਰ ਦੀ, ਉਹ ਬਹੁਤ ਵੱਡੀ ਸਪੋਰਟਰ ਹੈ। ਔਰ ਇਹ ਗੱਲ ਅੱਜ ਇੱਕ ਵਾਰੀ ਨਹੀਂ, ਕਈ ਵਾਰੀ ਉਜਾਗਰ ਹੋਈ ਹੈ ਕਿ ਗੈਂਗਸਟਰ ਤੇ ਟੈਰਰਿਸਟ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਕੋਰਟ ਨੇ ਜੱਜ ਉਸ ਗੈਂਗਸਟਰ ਨੂੰ ਦਿੱਲੀ ਭੇਜਿਆ, ਉਹਦੇ 'ਚ ਰਿਕਾਰਡ ਕੀਤਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਰਹਿੰਦੇ ਆਏ ਗੈਂਗਸਟਰ ਜੱਗੂ, ਇਹਨੇ ਆਪ ਦੇ ਇੰਟਰਸਟੇਟ ਗੈਂਗ ਬਣਾ ਲਏ ਆ। ਇਹ ਕਿਵੇਂ ਪੋਸੀਬਲ ਹੋਇਆ? ਪੋਸੀਬਲ ਤਦੇ ਹੋਇਆ ਜਦੋਂ ਜੇਲ੍ਹ ਮਿਨਿਸਟਰ ਫੇਲ ਹੋਇਆ। ਤੁਸੀਂ ਉਹ ਮੋਬਾਈਲਾਂ ਦੀ ਵੀ ਇੱਕ ਵੀਡੀਓ ਵੇਖੀ ਹੈ, 15 ਮੋਬਾਈਲ ਲਈ ਬੈਠਿਆ ਤੇ ਕਹਿੰਦਾ ਮੋਬਾਈਲ ਇਹਦਾ 10,000 ਰੇਟ ਹੈ, ਇਹਦਾ 80,000 ਰੇਟ ਹੈ, ਔਰ 5 ਲੱਖ ਵਜ਼ੀਰ ਕੋਲ ਜਾਂਦਾ। ਜਦ ਜੇਲ੍ਹਾਂ 'ਚੋਂ ਟੈਰਰਿਸਟ ਔਰ ਗੈਂਗਸਟਰ ਰਲ ਕੇ ਕੰਮ ਕਰਨ ਲੱਗ ਜਾਣ। ਕੱਲ ਪਰਸੋਂ ਹੀ ਅੰਮ੍ਰਿਤਸਰ 'ਚ ਕੱਲ ਜਿਹੜਾ ਬਲਾਸਟ ਹੋਇਆ, ਗ੍ਰਨੇਡ ਲੱਭਿਆ, ਬੜਾ ਹਾਲਾਤ ਸਪਸ਼ਟ ਹੈ। ਔਰ ਤੁਹਾਡਾ ਐਡਵਾਈਜ਼ਰ ਇਹ ਗੱਲ ਕਹਿ ਰਿਹਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੀ ਨਹੀਂ, ਔਰ ਇਹ ਧੱਕੇ ਨਾਲ ਭਾਰਤ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ। ਔਰ ਜਾ ਕੇ ਉੱਥੇ ਜਨਰਲ ਬਾਜਵੇ ਨੂੰ ਉਹ ਜੱਫੀ ਪਾਉਣ, ਜਿਹੜੀ ISI ਪੰਜਾਬ 'ਚ ਮਾਹੌਲ ਖਰਾਬ ਕਰ ਰਹੀ ਹੈ। ਕਾਂਗਰਸ ਪਾਰਟੀ ਪਹਿਲਾਂ ਅੰਦਰ ਹੀ ਫੈਸਲਾ ਕਰ ਲੇ ਘਰ ਦੇ ਅੰਦਰ ਕਿ ਮਾਹੌਲ ਪਾਕਿਸਤਾਨ ਖਰਾਬ ਕਰ ਰਹੀ ਹੈ ਕਿ ਕਾਂਗਰਸ ਆਪ ਕਰ ਰਹੀ ਹੈ। ਔਰ ਇਸ ਲਈ ਜੇ ਸੁਰੱਖਿਆ ਬਲਾਂ ਦੀ ਲੋੜ ਹੈ, ਪਹਿਲਾਂ ਤਾਂ ਇਹਨਾਂ ਜਿਹੜੇ ਲੋਕ ਇਹ ਜਿਹੇ ਅਨਸਰਾਂ ਨੂੰ ਉਹ ਦੇ ਰਿਹਾ ਸ਼ਹਿ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ। ਕਹਿੰਦੇ ਸੀ ਅਸੀਂ ਜੈਮਰ ਲਾ ਦਾਂਗੇ, ਕਿਉਂ ਨਹੀਂ ਲੱਗੇ 4.5 ਸਾਲ? ਕਿਉਂਕਿ ਮਿਲੀ ਭੁਗਤ ਚੱਲਦੀ ਸੀ। ਔਰ 4.5 ਸਾਲ ਇਹਨਾਂ ਤੋਂ ਜੇਲ੍ਹਾਂ ਦਾ ਸੁਧਾਰ ਨਹੀਂ ਹੋਇਆ, ਕੋਈ ਜੈਮਰ ਨਹੀਂ ਲੱਗੇ। ਇਸ ਲਈ ਨਹੀਂ ਲੱਗੇ ਕਿਉਂਕਿ ਇਹਨਾਂ ਤੇ ਦਬਾਅ ਸੀ ਗੈਂਗਸਟਰਾਂ ਦਾ। ਇਹ ਉਸ ਦਬਾਅ ਦੇ ਉਲਟ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਸਿਆਸੀ ਤੌਰ ਤੇ ਵਰਤਣਾ ਸੀ ਇਹਨਾਂ देखो एक लास्ट गल मैं जेल की दस दियां। मुख्तियार अंसारी उत्ते 200 केस दर्ज सी यूपी च, एक केस इत्थे दर्ज होया। एक होमलैंड बिल्डर ने मोहाली दे उमंग करके उन्हां दा नाम, उन्हां दी दरखास्त मैं पढ़ी है, पुलिस नूं दित्ती है। वो कहंदा मैनू एक अंसारी ने, नाम नहीं लैंदा मुख्तियार अंसारी, कहंदा एक अंसारी, सारे देश च पता नहीं किन्ने अंसारी होने,
कि मैनू थ्रैट की। पुलिस की कार्रवाई वेखो कि उन्होंने एक अंसारी चो मुख्तियार अंसारी लभ लिया और इत्थे उन्होंने VVIP वांगू स्टेट गैसट वांगू रखिया, मगर यूपी सरकार ने सुप्रीम कोर्ट तक पहुँच करके उन्होंने वापस यूपी लैके गए। जेस जग्गू भगवानपुरीए ते 60 केस इत्थे दर्ज है और रौला ये पैंदा कि करोड़ रुपया 50 लाख तो करोड़ रुपये का सौदा होया कि यदि जेल जे ये दिल्ली जाना चाहता इनू भेज दो और इनू वापस ना लेके आओ। 60 केस इत्थे दर्ज है, उत्ते लिया नहीं रहे उन्होंने वापस। कल मेरे रौला पाउण तो बाद इन्होंने हुण रिमांड मंगया, मगर 3 महीने का उत्थे बैठे और इत्थे कतल कराई जा रहा, टैररिस्टां नाल सांझगांठ रख रहा कि ये खिलाफ कोई कार्रवाई नहीं चाहिए। एक केस पिछे दिल्ली बैठा, 60 केस जिथे दर्ज ने लुधियाना के इंडस्ट्रीलिस्ट, मोहाली के इंडस्ट्रीलिस्ट, प्रॉपर्टी डिवेलपर, ठेकेदार, ਅੰਮ੍ਰਿਤਸਰ ਜਲੰਧਰ ਸਾਰਿਆਂ ਤੋਂ ਕਰੋੜਾਂ ਰੁਪਏ ਦੀ ਫਰੌਤੀ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ, ਉਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਹੋ ਰਿਹਾ? ਕੀ ਪੁਲਿਸ ਦੀ ਮਿਲੀ ਭੁਗਤ ਕਹਿ ਲਿਆ, ਮਜਬੂਰੀ ਕਹਿ ਲਿਆ ਜਾਂ ਕੀ ਗੱਲ ਹੈ? ਇਹਦਾ ਜਵਾਬ DGP ਸਾਹਿਬ ਨੂੰ ਦੇਣਾ ਚਾਹੀਦਾ। ਦੇ ਆਉਣ ਨਾਲ ਪੰਜਾਬ ਕਾਂਗਰਸ ਤੋਂ ਫਰਕ ਪਏਗਾ ਕਿ ਜੋ ਹਾਈ ਕਮਾਂਡ ਨੇ ਕੀਤੀ ਹੈ ਵੀ ਇਹ ਆਪੇ ਸੁਧਾਰ ਕਰ ਦੇਗਾ। ਮੇਰੀ ਤੁਹਾਨੂੰ ਇੱਕ ਸਲਾਹ ਹੈ, ਜਦੋਂ ਤੁਸੀਂ ਕਾਂਗਰਸ ਦੇ ਕਿਸੇ ਪ੍ਰੋਗਰਾਮ ਤੇ ਜਾਂਦੇ ਹੋ ਨਾ, ਹੈਲਮਟ ਪਾ ਕੇ ਜਾਇਆ ਕਰੋ। ਇਹ ਕਿਸੇ ਵੇਲੇ ਵੀ ਛਿੱਤਰੋ ਛਿੱਤਰੀ ਹੋ ਸਕਦੇ ਆ ਤੇ ਕਿਤੇ ਸੱਟ ਤੁਹਾਡੇ ਨਾਲ ਲੱਗ ਜੇ। ਪੂਰਾ ਆਪਦਾ ਬੁਲਟ ਪ੍ਰੂਫ ਜੈਕਟ, ਸਿਰ ਤੇ ਹੈਲਮਟ ਪਾ ਕੇ ਜਾਇਓ, ਕਿਉਂਕਿ ਜਿਵੇਂ ਛਿੱਤਰੋ ਛਿੱਤਰੀ ਹੋ ਰਿਹਾ, ਆਂਢੀ ਗਵਾਂਢੀ ਨੂੰ ਸੱਟ ਲੱਗਦੀ ਹੁੰਦੀ, ਆਪ ਤਾਂ ਫੇਰ ਇਹ ਕਹਿਣਗੇ ਇਹਦਾ ਭਰਾ ਸੁਹਾਗਾ ਫਿਰ ਜਾਣਾ। ਸਮੇਂ ਨਾਲ ਤੁਹਾਨੂੰ ਸਮਝ ਆ ਜਾਣੀ ਹੈ। ਸੁਹਾਗਾ ਜਿੱਥੇ ਜਿੱਥੇ ਲੋੜ ਹੈ ਸਭ ਜਗ੍ਹਾ ਫੇਰੂ ਨਾ। ਕੌਣ ਕਹਿੰਦਾ ਜੀ? ਫਿਰ ਉਹਨਾਂ ਨੂੰ ਪੁੱਛ ਲਓ ਨਾ ਜੀ, ਮੈਨੂੰ ਕੀ ਪਤਾ ਉਹ ਕੀ ਕਿਹੜਾ ਜੀ। ਚਲੋ ਤੁਸੀਂ ਨਾ ਬੜਾ ਵਧੀਆ ਸਵਾਲ ਕੀਤਾ, ਕਿਉਂਕਿ ਤੁਹਾਡੇ ਜ਼ਿਲ੍ਹੇ ਨਾਲ ਇਹ ਮੰਤਰੀ ਸੰਬੰਧਿਤ ਹੈ। ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜੇ ਅੱਜ CBI ਇਨਕੁਆਇਰੀ ਕਰ ਦੇਵੇ, ਲੁਧਿਆਣੇ ਦੇ ਘਪਲੇ ਛੱਡ ਦਿਓ, ਉਹ ਤਾਂ 2000 ਦੇ ਨੇੜੇ ਤੇੜੇ ਤੇ ਨਿਕਲਨੇ। ਫੂਡ ਮਹਿਕਮੇ ਦੇ ਇਕੱਲੇ ਦੇ, ਜਿਹਦੇ 'ਚ ਗੋਡਾਊਨਾਂ ਦੀ ਖੁਰਤਬੁਰਤ, ਜਿਹੜਾ ਮਾਲ ਆ ਉੱਥੋਂ ਖੁਰਤਬੁਰਤ ਹੋਇਆ, ਸ਼ੈਲਰਾਂ ਨਾਲ ਠੱਗੀ, ਜਿਹੜਾ ਝੋਨਾ ਬਾਹਰੋਂ 1000 ਰੁਪਏ ਤੇ ਆ ਕੇ ਇੱਥੇ 1883 ਰੁਪਏ ਦਾ ਵੇਚਿਆ ਗਿਆ। ਇੰਨਾ ਝੋਨਾ ਹੀ ਨਹੀਂ ਲੱਗਦਾ ਪੰਜਾਬ 'ਚ ਜਿੰਨਾ ਪਿਛਲੇ ਸੀਜ਼ਨ ਵੇਚਦਾ ਗਿਆ। ਜੇ ਇਹਦੀ ਸਾਰੇ ਦੀ ਇਨਕੁਆਇਰੀ ਹੋ ਜਾਏ, ਲੇਬਰ ਦੇ ਟੈਂਡਰ ਦੀ, ਟਰੱਕਾਂ ਦੇ ਟੈਂਡਰ ਦੀ, ਇਹਨਾਂ ਦੀ ਸਾਰੀ ਦੀ ਇਨਕੁਆਇਰੀ ਹੋਗੀ ਤੇ ਮੇਰਾ ਜੋ ਐਸਟੀਮੇਟ ਹੈ, ਇਟ ਵਿਲ ਨਾਟ ਬੀ ਲੈਸ ਦੈਨ 5000 ਕਰੋੜ। ਜਿਹੜਾ ਮੰਤਰੀ ਗਰੀਬਾਂ ਲਈ ਆਟਾ ਦਾਲ ਆਉਂਦਾ ਹੈ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਥੱਲੇ, ਉਹਨੂੰ ਸੇਫਗਾਰਡ ਨਹੀਂ ਕਰ ਸਕਿਆ, ਉਹ ਵੀ ਖਾ ਗਏ। PM ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਥੱਲੇ ਆਉਂਦਾ, ਉਹ ਵੀ ਨਹੀਂ ਲੋਕਾਂ ਤੱਕ ਪਹੁੰਚਿਆ, ਉਹ ਵੀ ਖਾਧਾ ਗਿਆ। ਆ ਇੱਕ ਜਸਦੇਵ ਸਿੰਘ ਜੀ ਤੇ ਪਰਚਾ ਦਰਜ ਹੋਇਆ, ਜੰਡਿਆਲਾ ਗੁਰੂ, ਉਹ ਸਗਾ ਭਾਂਜਾ ਕਿਹਦਾ ਹੈ, ਜਿਹਨੂੰ ਅੱਜ ਕੱਲ੍ਹ ਡਰਾਈ ਕਲੀਨਿੰਗ ਦੀ ਦੁਕਾਨ ਤੋਂ, ਸਿੱਧੂ ਐਂਡ ਸਿੱਧੂ ਦੀ ਡਰਾਈ ਕਲੀਨਿੰਗ ਦੀ ਦੁਕਾਨ ਤੋਂ ਨਿਕਲ ਕੇ ਆਇਆ, ਹੁਣ ਬਹੁਤ ਵੱਡਾ ਸਾਫ਼ ਬੰਦਾ ਬਣ ਗਿਆ, ਮਦਨ ਲਾਲ ਜਲਾਲਪੁਰਾ, ਜਿਹਦੇ ਖਿਲਾਫ ਕਾਂਗਰਸੀ ਕਹਿ ਰਹੇ ਆ ਕਿ ਇਹ ਸ਼ਰਾਬ ਮਾਫੀਆ ਵੀ। ਔਰ ਜਿਹਦੇ ਤੁਹਾਨੂੰ ਯਾਦ ਹੋਵੇ, ਇਹਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ, ਇਹਦਾ ਸਰਪੰਚ ਫੜਿਆ ਗਿਆ ਸੀ, ਉਹ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ। ਨਾਲ ਹੀ ਇਲੀਗਲ ਮਾਈਨਿੰਗ ਦੀ ਖਬਰਾਂ ਲਾਉਂਦੀਆਂ ਰਹੀਆਂ, ਤੁਸੀਂ ਚੈਨਲ ਵਾਲੇ ਚਲਾਈ ਗਏ। ਉਹ ਬੰਦੇ ਦਾ ਸਗਾ ਭਾਂਜਾ ਉੱਥੇ ਕਾਨੂੰਨ ਕਹਿੰਦਾ ਕਿ 2 ਗਡਾਊਨਾਂ ਦਾ ਚਾਰਜ ਰਹਿ ਸਕਦਾ, ਉਹਨੂੰ 8 ਗਡਾਊਨਾਂ ਦੇ ਚਾਰਜ ਦਿੱਤੇ। ਔਰ ਮੰਤਰੀ ਮਦਨ ਲਾਲ ਕਹਿੰਦਾ ਮੈਂ ਸਿਫਾਰਿਸ਼ ਨਹੀਂ ਕੀਤੀ, ਫਿਰ ਉਹਨੂੰ 8 ਬਗੈਰ ਸਿਫਾਰਿਸ਼ ਦੇ ਤੇ ਬੰਦੇ ਨੂੰ 1 ਚਾਰਜ ਨਹੀਂ ਮਿਲਦਾ, ਉਹਨੂੰ 8 ਜਗ੍ਹਾ ਦਾ ਚਾਰਜ ਮਿਲ ਗਿਆ। ਕਹਿੰਦਾ ਮੈਂ ਇਹ ਸਿਫਾਰਿਸ਼ ਜ਼ਰੂਰ ਕੀਤੀ ਸੀ ਕਿ ਮੇਰਾ ਭਾਂਜਾ ਦਿਮਾਗੀ ਤੌਰ ਤੇ ਕਮਲਾ, ਫਿਰ ਇਹ ਵੀ ਕਿਉਂ ਕੀਤੀ ਜਦ ਤੂੰ ਉਹਦੀ ਦੂਜੀ ਸਿਫਾਰਿਸ਼ ਨਹੀਂ ਕੀਤੀ? ਤੇ ਇਹ ਜ਼ਰੂਰੀ ਦੱਸਣ ਦੀ ਲੋੜ ਸੀ ਕਮਲਾ। ਔਰ ਉਹ ਕਮਲਾ ਕੀ ਸ਼ਾਤਰ ਕਿੱਡਾ ਹੈ, ਤੁਸੀਂ ਹਿਸਾਬ ਲਾ ਲਓ। ਪੁਲਿਸ ਨੇ ਆਪਦੇ ਪਰਚੇ 'ਚ ਜੰਡਿਆਲੇ ਗੁਰੂ ਮੈਂਸ਼ਨ ਕੀਤਾ ਕਿ ਉਹ ਅਸੀਂ ਉਹਦੇ ਘਰ ਗਏ, ਉਹਨੇ ਘਰ ਵੇਚਦਾ, ਸਾਨੂੰ ਉਹਦੇ ਮਾਪੇ ਨਹੀਂ ਲੱਭ ਰਹੇ। ਸਾਰੀ ਆਪਦੀ ਪ੍ਰਾਪਰਟੀ ਵੇਚ ਗਿਆ, ਵੇਚ ਕੇ ਬਾਹਰ ਚਲੇ ਗਿਆ। 26 ਕਰੋੜ ਦਾ ਘਪਲਾ ਇੱਕ ਇੰਸਪੈਕਟਰ ਕਰ ਗਿਆ। ਕਿੰਨੇ ਇੰਸਪੈਕਟਰ ਨੇ? ਜੇ ਜ਼ਿਲ੍ਹੇਵਾਰ ਜਾਂਚ ਹੋਣ ਲੱਗ ਜੇ, ਘੱਟੋ ਘੱਟ ਨਹੀਂ ਤਾਂ 800 ਤੋਂ 1000 ਕਰੋੜ ਕੱਲੇ
ਮਟੀਰੀਅਲ ਦੀ ਖੁਰਦ-ਬੁਰਦ ਦੀ ਰਿਪੋਰਟ ਨਿਕਲ ਆ ਜੂਗੀ। ਸੁਲਤਾਨਪੁਰ ਲੋਧੀ ਦਾ ਕੇਸ ਆਇਆ ਜਿਹਦੇ ਖਿਲਾਫ ਚੋਰੀ ਦਾ ਪਰਚਾ ਸੀ, ਕੁਝ ਐਕਸ਼ਨ ਨਹੀਂ ਹੋਣ ਦਿੱਤਾ। ਇਸੇ ਤਰ੍ਹਾਂ ਜਿਹੜਾ ਚੀਫ ਵਿਜੀਲੈਂਸ ਕਮਿਸ਼ਨਰ ਇਹਨਾਂ ਨੇ ਲਾਇਆ ਸਿੰਗਲਾ, ਉਹਦੇ ਤੇ 85 ਕਰੋੜ ਦਾ ਗਬਨ ਸੀ। 17 'ਚ ਉਹਨੂੰ ਡਿਮੋਟ ਕੀਤਾ ਗਿਆ, ਉਹਨੂੰ ਦੁੱਧ ਦੀ ਰਖਵਾਲੀ 'ਚ ਰੱਖਤਾ, ਉਹਨੂੰ ਟੈਂਡਰ ਦੇ ਮਹਿਕਮੇ ਦਾ ਇੰਚਾਰਜ ਬਣਾਤਾ। ਔਰ ਇਸ ਲਈ ਬਣਾਤਾ ਕਿਉਂਕਿ ਉਹ ਰਲ ਕੇ ਕਮਾਈ ਕਰਦਾ। ਨਹੀਂ ਤਾਂ ਅੱਜ ਸਿੰਗਲੇ ਦੇ ਬਾਰੇ ਸੈਕਟਰੀ ਨੇ ਇਹ ਲਿਖਿਆ, ਪ੍ਰਿੰਸੀਪਲ ਸੈਕਟਰੀ ਨੇ, ਕਿ ਇਹ ਪਰਮਾਨੈਂਟ ਰੈਜ਼ੀਡੈਂਟ ਹੈ, ਕੈਨੇਡਾ ਦਾ, ਭੱਜ ਸਕਦਾ ਹੈ। ਇਹਨੇ ਪੈਸੇ ਬਾਹਰ ਭੇਜੇ ਨੇ, ਇਹ ਤੇ ਧਿਆਨ ਰੱਖਣਾ ਚਾਹੀਦਾ। ਮੈਂ ਇਹਨੂੰ ਡਿਮੋਟ ਕਰ ਰਿਹਾ, ਇਹਨੂੰ ਕੋਈ ਇਹੋ ਜਿਹਾ ਚਾਰਜ ਨਹੀਂ ਦੇਣਾ ਚਾਹੀਦਾ। ਉਹਨੂੰ ਸੀਨੀਅਰ ਮੋਸਟ ਚਾਰਜ ਦੇ ਕੇ ਅੱਜ ਵਿਜੀਲੈਂਸ ਕਮੇਟੀ ਦਾ ਹੈਡ ਬਣਾਤਾ। ਉਹ ਫਿਰ ਰਲ ਕੇ ਠੱਗੀਆਂ ਮਰਵਾ ਰਿਹਾ। ਜਦ ਇਹੋ ਜਿਹੇ ਹਾਲਾਤ ਬਣ ਜਾਣ ਤੇ ਕੀ ਇਨਸਾਫ ਮਿਲੂਗਾ? ਅੱਜ ਮੈਂ ਪੁੱਛਣਾ ਚਾਹੁੰਦਾ, ਠੋਕੋ ਤਾਲੀ ਤੇ ਆਸ਼ੂ ਜੀ ਤੇ ਇਕੱਠੇ ਹੋ ਗਏ ਤੇ ਸੇਖੋਂ ਦੀ ਵਿਚਾਰੇ ਦੀ ਕੀ ਗਲਤੀ ਸੀ? ਸੇਖੋਂ ਨੂੰ ਡੀਐਸਪੀ ਨੂੰ ਇਨਕੁਆਇਰੀ ਤਾਂ ਠੋਕੋ ਤਾਲੀ ਨੇ ਦਿੱਤੀ ਸੀ। ਉਦੋਂ ਤੂੰ ਕਹਿੰਦਾ ਸੀ ਆਸ਼ੂ ਮਾੜਾ, ਆ ਜਿਹੜੇ ਦੋਵੇਂ ਭਰਾ ਇਹ ਮਾੜੇ ਆ, ਅੱਜ ਇਹ ਚੰਗੇ ਹੋ ਗਏ। ਇਹ ਤੋਂ ਹੀ ਸਮਝ ਆ ਰਹੀ ਆ ਕਿ ਕਰਪਸ਼ਨ ਪ੍ਰਤੀ ਇਹਨਾਂ ਦੀ ਕੀ ਚੰਗੀ ਸੋਚ ਹੈ ਜਾਂ ਨਹੀਂ ਹੈ। ਪੰਜਾਬ ਦੇ ਵਿੱਚ ਕੀ ਸੇਖ ਸਕਦੇ ਹੋ? ਆਮ ਆਦਮੀ ਪਾਰਟੀ ਥਰਡ ਫਰੰਟ ਹੈ, ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਹੈ। ਆਮ ਆਦਮੀ ਪਾਰਟੀ ਕਿੱਥੇ ਸਮਝਦੇ ਹੋ ਪੰਜਾਬ? ਦੇਖੋ, ਆਮ ਆਦਮੀ ਪਾਰਟੀ ਤਾਂ ਹੈ ਨਹੀਂ, ਇਹ ਤਾਂ ਖਾਸ ਆਦਮੀ ਪਾਰਟੀ ਆ। ਇਹ ਕਹਿੰਦੇ ਸੀ ਗਨਮੈਨ ਨਹੀਂ ਲਵਾਂਗੇ, ਕੋਠੀ ਨਹੀਂ ਲਵਾਂਗੇ, ਫਲਾਣੀ ਸਹੂਲਤ ਨਹੀਂ ਲਵਾਂਗੇ, ਢਿੰਗੜੀ ਨੇ ਸਾਰੀਆਂ ਲੈ ਲੀਆਂ। ਔਰ ਇਹਨਾਂ ਦਾ ਤਾਂ ਚੰਗਾ ਗਠਬੰਧਨ, ਜਿਵੇਂ ਇੱਥੇ ਫਿਕਸਡ ਮੈਚ ਚੱਲਦਾ ਨਾ ਆ ਲਿਪ ਵਾਲਿਆਂ ਦਾ ਤੇ ਦੂਜਿਆਂ ਨਾਲ, ਇਹਨਾਂ ਦਾ ਵੀ ਚੱਲਦਾ। ਇਹਨਾਂ ਦੇ ਐਮਐਲਏ ਜਾਂਦੇ ਆ 2-3 ਸਾਲ ਡੈਪੂਟੇਸ਼ਨ ਤੇ ਲਾ ਕੇ ਮੁੜ ਆਉਂਦੇ ਆ ਔਰ ਇਹ ਅਪਣਾ ਲੈਂਦੇ ਆ। ਇਹ ਤਾਂ ਮਤਲਬ ਘਿਓ ਖਿਚੜੀ ਹੈ। ਜਿਹੇ ਜੀ ਕਾਂਗਰਸ ਹੈ ਉਹ ਜਿਹੇ ਇਹ ਨੇ। ਔਰ ਦਿੱਲੀ ਦਾ ਤੁਸੀਂ ਵੇਖੋ ਕਰੋਨਾ 'ਚ ਕੀ ਹਾਲ ਹੋਇਆ। ਸਭ ਤੋਂ ਵੱਡਾ ਫੇਲੀਅਰ ਕਰੋਨਾ 'ਚ ਕਿਹੜਾ ਸੂਬਾ ਸਾਹਮਣੇ ਆਇਆ? ਦਿੱਲੀ, ਜਿੱਥੇ ਨਾ ਆਕਸੀਜਨ ਮਿਲਿਆ, ਨਾ ਬਿਸਤਰਾ ਮਿਲਿਆ। ਜੇ ਕੈਪੀਟਲ ਦਾ ਇਹ ਹਾਲ ਹੋ ਗਿਆ ਔਰ ਦਿੱਲੀ ਸਰਕਾਰ ਉੱਥੇ ਇਹ ਆਮ ਆਦਮੀ ਪਾਰਟੀ ਦੀ ਹੈ, ਜਾਂ ਜੇਲ੍ਹਾਂ 'ਚ ਜਿਹੜਾ ਜੱਗੂ ਦੀ ਗੱਲ ਕਰਦੇ, ਉੱਧਰ ਵੀ ਜੇਲ੍ਹ ਦਾ ਪ੍ਰਬੰਧ ਉਹਦੇ ਕੋਲ ਹੈ। ਸੋ ਉਹਨਾਂ ਨੇ ਕੀ ਕਰਨਾ ਹੈ? ਔਰ ਜਿੰਨੇ ਵੀ ਲੀਡਰ ਉਹਦੇ 'ਚ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਤੇ ਗਏ ਆ ਜਾਂ ਕਿੱਥੋਂ ਗਏ ਆ। ਸੋ ਇਹ ਐਵੇਂ ਕੰਮ ਭੰਬਲ ਪੂਸੇ ਪਾਉਣ ਦੀ ਗੱਲ ਹੈ, ਕੋਈ ਹੋਰ ਕੁਛ ਨਹੀਂ। ਤੁਹਾਡੀ ਪਾਰਟੀ ਦੇ ਆਰੋਪਾਂ ਤੋਂ ਜਿਹੜਾ ਹੈ ਇਨਕਾਰ ਕੀਤਾ, ਅਕਾਲੀ ਦਲ ਤੋਂ ਛੱਡ ਕੇ ਫਿਰ ਅਕਾਲੀ ਦਲ ਪਾਰਟੀ ਚਲੇ ਗਏ ਨੇ। ਹਾਂਜੀ, ਮਦਨ ਬੰਦਾ ਸਾਹਿਬ ਲੁਧਿਆਣੇ। ਚਲੋ ਉਹਨਾਂ ਦੀ ਮਰਜ਼ੀ ਆ ਜੀ। ਹੁਣ ਟ੍ਰੇਨ ਸਟੇਸ਼ਨ ਤੇ ਕੋਈ ਚੜ੍ਹ ਜੇ ਕਿਸੇ ਟ੍ਰੇਨ ਤੇ ਕਿੱਧਰ ਜਾ ਕੇ ਉਤਰ ਜਾਵੇ। ਮਦਨ ਲਾਲ ਜੀ ਨੂੰ ਤਾਂ ਮੌਜ ਲੱਗੀ ਆ, ਕਦੇ ਕੇ ਸਟੇਸ਼ਨ ਤੇ ਕਦੇ ਕੇ ਸਟੇਸ਼ਨ ਤੇ। ਮਜੀਠੀਆ ਸਾਹਿਬ, ਮੈਨੀਫੈਸਟੋ ਨੂੰ ਲੈ ਕੇ ਜਦੋਂ ਸਰਕਾਰ ਕਿਸੇ ਨੇ ਬਣਾਉਣੀ ਹੁੰਦੀ, ਮੈਨੀਫੈਸਟੋ ਜਾਰੀ ਹੁੰਦੇ ਨੇ, ਪਰ ਸਰਕਾਰ ਬਣਨ ਤੋਂ ਮੈਨੀਫੈਸਟੋ ਵਾਅਦੇ ਨਹੀਂ ਪੂਰੇ ਹੁੰਦੇ। ਇੱਕ ਦੂਜੇ ਤੇ ਐਲੀਗੇਸ਼ਨ ਲਗਾਉਂਦੇ, ਸਰਕਾਰਾਂ ਲਗਾਉਂਦੀਆਂ ਨੇ, ਆਮ ਲੋਕ ਵੀ ਕਹਿੰਦੇ ਨੇ ਕਿ ਮੈਨੀਫੈਸਟੋ ਤੋਂ ਵਾਅਦੇ ਬ੍ਰਦਰ ਇਹ ਨਾ ਤੁਸੀਂ ਕਿ ਲੀਗਲ ਇਹਨੂੰ ਡਾਕੂਮੈਂਟ ਬਣਾਇਆ ਜਾਵੇ ਮੈਨੀਫੈਸਟੋ ਨੂੰ। ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਹਮੇਸ਼ਾ ਇੱਕ ਲੀਗਲ ਡਾਕੂਮੈਂਟ ਵਾਂਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਹਨੂੰ ਅਡਾਪਟ ਕੀਤਾ ਤੇ ਉਹਨੂੰ ਲਾਗੂ ਕੀਤਾ। ਫ੍ਰੀ ਬਿਜਲੀ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਖੀ ਸੀ 1996 'ਚ ਦਿੱਤੀ। 200 ਯੂਨਿਟ ਗਰੀਬਾਂ ਦੇ ਤੇ BC ਦੇ ਮਾਫ ਕਰਨ ਦੇ ਵਾਅਦਾ ਕੀਤਾ ਸੀ, ਕੀਤਾ। ਪੈਨਸ਼ਨ ਫਸਟ ਟਾਈਮ ਐਲਾਨੀ ਸੀ, ਦਿੱਤੀ। ਸ਼ਗਨ ਸਕੀਮ ਸ਼ੁਰੂ ਕੀਤੀ, ਬੱਚਿਆਂ ਦੀ, ਗਰੀਬ ਬੱਚਿਆਂ ਦੇ ਵਿਆਹ ਵਾਸਤੇ ਲਾਗੂ ਹੋਇਆ। ਆਟਾ ਦਾਲ ਦੀ ਸਕੀਮ 2007 'ਚ ਅਨਾਉਂਸ ਕੀਤੀ, ਲਾਗੂ ਹੋਈ। ਇਸ ਲਈ ਅੱਜ ਵੀ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸੁਖਬੀਰ ਸਿੰਘ ਜੀ ਬਾਦਲ ਐਲਾਨਣਗੇ ਉਹ ਬੜਾ ਸਾਰੀ ਕੈਲਕੂਲੇਸ਼ਨ ਕਰਕੇ ਕਰ ਰਹੇ ਆ। ਕਾਂਗਰਸ ਵਾਂਗੂ ਸਿਰਫ ਸੱਤਾ ਹਟਾਉਣ ਵਾਸਤੇ ਝੂਠ ਮਾਰ ਕੇ ਨਹੀਂ ਕਰ ਰਹੇ। ਜਿਵੇਂ ਅੱਜ ਦੇ ਸ਼ੁਰੂ ਹੋ ਗਏ ਆ, ਕਹਿੰਦੇ 3 ਰੁਪਏ ਬੱਤੀ ਕਰਾਂਗੇ। ਸਰਕਾਰ ਤੁਹਾਡੀ 4.5 ਸਾਲ, ਤੁਸੀਂ 2.5 ਸਾਲ ਤੁਸੀਂ ਵਜ਼ੀਰ ਵਿੱਚ ਰਹੇ ਹੋ। ਜਿਹੜੇ ਬਾਕੀ ਦੇ ਵਜ਼ੀਰ ਨੇ ਉਹ ਤੁਹਾਡੇ ਨਾਲ ਖਲੋਤੇ ਨੇ, ਤੁਸੀਂ ਅੱਜ ਕਿਉਂ ਨਹੀਂ ਕਰਦੇ? ਇਸ ਤਰ੍ਹਾਂ ਦਾ ਝੂਠ ਨਹੀਂ ਬੋਲਾਂਗੇ। ਤੁਸੀਂ ਐ ਕਰੋ, ਆਪਾਂ, ਮੈਂ ਤਾਂ ਆਪ ਕਹਿ ਰਿਹਾ ਜੀ, ਅਸੀਂ ਲੀਗਲ ਡਾਕੂਮੈਂਟ ਦੀ ਤਰ੍ਹਾਂ ਉਹਨੂੰ ਰਿਸਪੈਕਟ ਕਰਦੇ ਹਾਂ ਔਰ ਅਸੀਂ ਲਾਗੂ ਕਰਦੇ। ਤੁਸੀਂ ਕਾਈਂਡਲੀ ਦੱਸੋ ਨਾ ਅਸੀਂ ਕਿਹੜਾ ਵਾਅਦਾ ਨਹੀਂ ਪੂਰਾ ਕੀਤਾ। ਜਿਹੜੇ ਫਲੈਗਸ਼ਿਪ ਪ੍ਰੋਗਰਾਮ ਸੀ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਚੱਲ ਰਹੇ ਆ ਔਰ ਲਾਗੂ ਵੀ ਹੋਏ ਆ। ਨਹੀਂ, ਬਿਲਕੁਲ ਹੋਣਾ ਚਾਹੀਦਾ। ਬਾਦਲ ਸਾਹਿਬ ਨੇ ਆਲਰੇਡੀ ਕਹਿਤਾ ਕਿ ਮੈਨੀਫੈਸਟੋ ਸ਼ੁੱਡ ਬੀ ਟ੍ਰੀਟਡ ਐਜ਼ ਅ ਲੀਗਲ ਡਾਕੂਮੈਂਟ ਔਰ ਜਿਹੜਾ ਇਸ ਤੇ ਧੋਖਾ ਕਰੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ।
ਬਿਲਕੁਲ ਕਿ ਜੋ ਸਾਡਾ ਇੱਕ ਵਾਅਦਾ ਹੈ ਕਿ ਜਿਹੜਾ ਬੰਦਾ ਯੂਥ ਖਾਸ ਕਰ NRI ਪੜ੍ਹਨ ਜਾਊਗਾ ਸਾਡੀ ਸਰਕਾਰ ਉਹਨਾਂ ਨੂੰ ਫੰਡ ਦਊਗੀ। ਹਾਂਜੀ, ਉਹ ਬਾਤ ਜਦੋਂ ਤੁਹਾਨੂੰ ਲੱਗਦਾ ਨਹੀਂ ਅਸੀਂ ਪੰਜਾਬ 'ਚ ਐਵੇਂ ਦਾ ਐਜੂਕੇਸ਼ਨ ਸਿਸਟਮ ਲਿਆਈਏ ਕਿ ਸਾਡਾ ਯੂਥ ਬਾਹਰ ਪੜ੍ਹਨ ਹੀ ਨਾ ਜਾਵੇ। ਇਸ ਤਰ੍ਹਾਂ ਜੀ ਦੇਖੋ, ਆਜ਼ਾਦ ਮੁਲਕ ਹੈ, ਕੌਣ ਕਿੱਥੇ ਪੜ੍ਹਨਾ ਚਾਹੁੰਦਾ, ਕੌਣ ਕੀ ਕੱਪੜੇ ਪਾਉਣਾ ਚਾਹੁੰਦਾ, ਕੌਣ ਕੀ ਖਾਣਾ ਚਾਹੁੰਦਾ। ਲੋਕਤੰਤਰ ਦੀ ਇਹੀ ਖੂਬੀਅਤ ਹੈ। ਇਹ ਕੋਈ ਤਾਲਿਬਾਨ ਦਾ ਰਾਜ ਨਹੀਂ ਹੈ ਕਿ ਜੋ ਅਸੀਂ ਕਵਾਂਗੇ ਉਹ ਤੁਸੀਂ ਮੰਨੋਗੇ। ਇੱਥੇ ਹਰ ਬੰਦੇ ਨੂੰ ਹੱਕ ਹੈ ਕਿ ਉਹ ਜੋ ਮਰਜ਼ੀ ਖਾਵੇ, ਜੋ ਮਰਜ਼ੀ ਪੜ੍ਹੇ, ਜੋ ਮਰਜ਼ੀ ਧਿਆਵੇ। ਇਸ ਲਈ ਹਾਂ, ਉਹਦੀ ਮਦਦ ਵਾਸਤੇ ਦੇਖੋ ਇੱਕ ਡਿਮਾਂਡ ਐਂਡ ਸਪਲਾਈ ਦਾ ਵੀ ਇਸ਼ੂ ਹੈ। ਬਾਹਰਲੀ ਵੈਸਟਰਨ ਪੋਪੂਲੇਸ਼ਨ, ਯੂਰਪ ਦੀ ਪੋਪੂਲੇਸ਼ਨ ਏਜਿੰਗ ਪੋਪੂਲੇਸ਼ਨ ਹੈ। ਉੱਥੇ ਯੰਗਸਟਰ ਦੀ ਡਿਮਾਂਡ ਹੈ। ਡਿਮਾਂਡ ਦੋ ਦੇਸ਼ ਪੂਰੇ ਕਰ ਸਕਦੇ ਆ, ਜਾਂ ਚਾਈਨਾ ਤੇ ਚਾਹੇ ਭਾਰਤ। ਇਸ ਲਈ ਉਸ ਗੱਲ ਨੂੰ ਤੁਸੀਂ ਕਦੇ ਰੋਕ ਨਹੀਂ ਸਕਦੇ। ਮਗਰ ਹਾਂ, ਪੰਜਾਬ 'ਚ ਵਧੀਆ ਐਜੂਕੇਸ਼ਨ ਦਾ ਸਿਸਟਮ ਹੋਵੇ ਜੋ ਅੱਜ ਤਹਿਸ-ਨਹਿਸ ਕਰਤਾ ਗਿਆ। ਪੰਜਾਬ 'ਚ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ, ਯੂਨੀਵਰਸਿਟੀਆਂ ਬਣਾਈਆਂ ਗਈਆਂ, ਉਹਨਾਂ ਤੋਂ ਹੀ ਕੋਰਸ ਕਰਕੇ ਬੱਚੇ ਬਾਹਰ ਗਏ। ਮਗਰ ਅੱਜ ਬੱਚਾ ਆਪਦੀ ਜ਼ਮੀਨ ਨਾ ਵੇਚੇ, ਅਸੀਂ ਉਹਨਾਂ ਨੂੰ ਇੰਟਰਸਟ ਫਰੀ ਲੋਨ ਦੇ ਰਹੇ ਹਾਂ ਕਿ ਉਹ ਵਧੀਆ ਤਾਲੀਮ ਹਾਸਲ ਕਰਕੇ 3 ਸਾਲ ਪੰਜਾਬ ਦੀ ਸੇਵਾ ਕਰਨ। ਉਹਨੇ ਚਿਰ 'ਚ ਉਹਨਾਂ ਦਾ ਲੋਨ ਲੱਥ ਜੇ ਵਿਦ 0 ਇੰਟਰਸਟ ਚਾਰਜ। ਇੱਕ ਸਿਸਟਮ ਬਣਾ ਰਹੇ ਜਿਹਦੇ ਨਾਲ ਵਧੀਆ ਹਿਊਮਨ ਰਿਸੋਰਸ, ਜਿਹੜਾ ਵਧੀਆ ਦਿਮਾਗ ਹੈ, ਬ੍ਰੇਨ ਹੈ, ਉਹ ਦੇਸ਼ ਲਈ ਕੰਮ ਵੀ ਕਰੇ ਔਰ ਉਹਦੇ ਹੁਨਰ ਦੀ ਡਿਵੈਲਪਮੈਂਟ ਔਰ ਉਹਨੂੰ ਰੈਕਗਨੀਸ਼ਨ ਵੀ ਮਿਲ ਸਕੇ। ਯਾਰ ਹਾਂਜੀ, ਤੁਹਾਨੂੰ ਮੇਰੇ ਤੋਂ नाले सवाल पूछते हो नाले हंसते हैं। इसका जवाब का है, चाहे वो सिख भाईचारे का है, चाहे वो क्रिश्चियन भाईचारे का है। जो हालात तालिबान में माइनॉरिटी के बने, उसके लिए गवर्नमेंट ऑफ पंजाब और गवर्नमेंट ऑफ इंडिया को रल मिल के एक दूसरे का सहयोग देते हुए जितने भी वहाँ पे पंजाबी या हिंदू या और वीर क्रिश्चियन वीर बैठे हैं, उनको वापस लाने का काम करे और उनको रिहैबिलिटेट करा जाए। क्योंकि उनका आगे भी आपको भी पता है, एक ज़माने में लाखों की गिनती में थे, आज 500-700 की गिनती रह गई है। और जो हालात उधर बने हैं, अगर इमीडिएटली इवैक्यूएशन ना हुई तो मेरे को अफसोस से कहना पड़ेगा, बात कहनी पड़ेगी कि बहुत बड़ा नुकसान हमारे जैसे गुरुद्वारा साहिबानों को उधर हो रहा है, फिर जानी माली भी हो सकता है। और जो मौजूदा कांग्रेस के प्रधान हैं, उनके एडवाइज़र जैसे बयान दे रहे हैं, इससे पंजाब का या देश का भला होने वाला नहीं, ऐसी ताकतों को, तालिबान सोच वालों को बल मिलने वाला है और देश का नुकसान होने वाला है। गंभीर आरोप लगे ने रेप दे कि 2 औरतां ਜਿਹੜੀਆਂ ਬਾਹਰ ਬੈਠੀਆਂ ਕਮਿਸ਼ਨਰ ਦਫ਼ਤਰ ਦੇ ਮੰਗ ਨੂੰ ਲੈ ਕੇ ਕਿ ਗ੍ਰਿਫਤਾਰੀ ਹੋਵੇ ਉਹਨਾਂ ਦੀ। ਯਾਰ ਇੱਕ ਨਾ ਤੁਸੀਂ ਸਹੀ ਸਵਾਲ ਕਰੋ, ਆਰੋਪ ਨਹੀਂ ਲੱਗੇ, ਆਰੋਪ ਸਿੱਧ ਹੋ ਗਏ। ਬੈਂਸ ਤੇ ਜਿਹੜਾ ਆਰੋਪ ਹੈ ਉਹ ਲੋਅਰ ਕੋਰਟ ਨੇ ਸਿੱਧ ਕਰਤਾ ਔਰ ਕਿਹਾ ਕਿ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਹੋਵੇ, ਪੀੜਤਾ ਨੂੰ ਇਨਸਾਫ ਮਿਲੇ। क्यों नहीं पुलिस कर रही हो कार्रवाई? क्योंकि ਉਹਦੇ ਪਿੱਛੇ ਕਾਂਗਰਸ ਨਾਲ ਫਿਕਸਡ ਮੈਚ ਚੱਲ ਰਿਹਾ। ਜਿਹੜੇ ਮੌਜੂਦਾ CP ਨੇ, ਜਿੱਦਣ ਸਰਕਾਰ ਬਦਲੂਗੀ ਹੀ ਵਿਲ ਬੀ ਚਾਰਜ ਸ਼ੀਟਡ। ਇਹਨਾਂ ਦੀ ਸਵਾਲ ਜਵਾਬ ਇਹਨਾਂ ਨੂੰ ਦੇਣਾ ਪੈਣਾ, ਜਵਾਬ ਦੇਣਾ ਪੈਣਾ। ਇਹਨਾਂ ਨੂੰ ਸ਼ੋ ਕਾਜ਼ ਨੋਟਿਸ ਇਸ਼ੂ ਹੋਣਾ ਕਿ ਤੁਸੀਂ ਹਾਈ ਕੋਰਟ ਦੇ ਆਰਡਰ ਦੀ ਉਲੰਘਣਾ ਕਿਉਂ ਕੀਤੀ। ਔਰ ਮੇਰਾ ਵੀਰ ਹਾਲੇ ਤਾਂ ਜੇ ਉਹ ਭੈਣਾਂ ਸਾਡੀਆਂ ਬੜੀਆਂ ਹਿੰਮਤੀ ਨੇ ਜਿਹੜੀਆਂ ਬਹਿ ਗਈਆਂ ਨੇ, ਜੇ ਇਹਦੀ ਸਹੀ ਤਰੀਕੇ ਨਾਲ ਜਾਂਚ ਹੋ ਜੇ, ਜੇ ਪੀੜਤਾਂ ਨੂੰ ਸਿਕਿਉਰਿਟੀ ਮਿਲ ਜੇ ਤੇ ਇਹ ਗਿਣਤੀ 100 ਦੇ ਨੇੜੇ ਤਾਂ ਜਾ ਸਕਦੀ ਹੈ। ਇਹਨਾਂ ਨੇ ਰੋਜ਼ ਕਿਸੇ ਨਾ ਕਿਸੇ ਦਾ ਦਿਮਾਗੀ ਸਰੀਰਕ ਸ਼ੋਸ਼ਣ ਕਰਨ ਦੇ ਇਹ ਮਾਰ ਰਹੇ ਆ। ਇਹ ਗੱਲ ਦਾ ਆਮ ਚਰਚਾ ਹਾਂਜੀ 2022 ਨੂੰ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਜੀ? ਤੁਹਾਡੀ ਮਿਹਰਬਾਨੀ ਨਾਲ ਵਧੀਆ ਤਿਆਰੀ ਹੈ। ਥੈਂਕ ਯੂ। ਬਿਊਰੋ ਰਿਪੋਰਟ, ਲੁਧਿਆਣਾ।